जिनके पास बहुत ज़्यादा एंटरटेनमेंट होती है ना, जब वो तंग आ जाते हैं चीज़ों से, फिर वो एक ज़हनी मरीज बनते हैं। इंसान पर तशद्दुद करके सुकून मिलता है। ਅਸੀਂ ਆਪਣੀ ਬੱਚੀ ਕੰਮ ਵਾਸਤੇ ਭੇਜੀ ਸੀ, ਸਾਡੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਹੈ। ਧਮਕੀਆਂ ਲਾਉਂਦੇ ਸਨ ਬੱਚਿਆਂ ਨੂੰ ਵੀ ਅਗਰ ਤੁਸੀਂ ਮਾਂ-ਬਾਪ ਨੂੰ ਦੱਸੋਗੇ ਤਾਂ ਅਸੀਂ ਤੁਹਾਨੂੰ ਮਾਰਾਂਗੇ। सर पकड़ के द्वार में मारती थी। वो कहती थी अगर बताओगे तो मैं फिर मारूंगी। ਉਹ ਮੇਰੀ ਬੱਚੀ ਦਾ ਗਲਾ ਦਬਾਇਆ, ਬਾਜ਼ੂਆਂ ਤੋਂ ਦੇ ਨਿਸ਼ਾਨ, ਸੋਟੀਆਂ ਦੇ ਗਲੇ ਤੇ ਨਿਸ਼ਾਨ, ਬੱਚੀ ਦਾ ਕੇਸ ਦਬਾਉਣ ਦੀ ਕੋਸ਼ਿਸ਼ ਕਰਦੇ ਸਨ। ਸਾਡੀ ਬੱਚੀ ਕਤਲ ਹੋਈ। ਸਾਨੂੰ ਉਹਨਾਂ ਬੜਾ ਪਰੇਸ਼ਾਨ ਕੀਤਾ ਹੈ, ਸਾਡੀ ਕੋਈ ਨਹੀਂ ਸੁਣੀ, ਕਿਸੇ भी नहीं सुनी, एसपी तक भी किसी ने सुनी। इंसाफ कब मिलेगा? शायद ये आंसू भी खुश्क हो जाएंगे। अस्सलाम वालेकुम नाज़रीन, गरीब की एक और बेटी कत्ल हो गई। अब कसूर किसका है इस पर बाद में बात करते हैं, लेकिन गरीब होना ही काफ़ी है। लेकिन उसके बाद बेटी, फिर बेटी के मुकद्दर नसीबों से भी डर लगता है। लेकिन नसीब आने से पहले ही बच्ची, छोटी सी मासूम बच्ची अमीर शख्स के घर काम करने के लिए गई। अमीर लोग जब, जिनके पास बहुत ज़्यादा एंटरटेनमेंट होती है ना, जब वो तंग आ जाते हैं चीज़ों से, फिर वो एक ज़हनी मरीज़ बनते हैं। ज़हनी मरीज़ ऐसे बन जाते हैं कि उनको इंसान पर तशद्दुद करके सुकून मिलता है। और बहुत सी ऐसी मिसालें हमने देखी हैं माशरे के अंदर, लोग तशद्दुद करके दिली सुकून हासिल करते हैं। और वही हाल होता है जब किसी गरीब की बच्ची उनके हाथ आती है, तो फिर उस घर से उसकी मैयत ही निकलती है। ये मेरे साथ माँ बैठी हुई है, इसके आंसू मुसलसल बह रहे हैं, आप देख भी रहे हैं। इंसाफ कब मिलेगा? शायद ये आंसू भी खुश्क हो जाएंगे। इसके कलेजे को भी सुकून नहीं मिलेगा और कभी मिल भी नहीं सकता। इसकी बेटी थी। सारे वाक़यात तो हालात इन्हीं से जानते हैं। आखिर अपना जिगर का टुकड़ा कैसे किसी को दे देते हैं। जब ये दे देंगे तो फिर दूसरा क्या उसकी कदर करेगा, दूसरा उसके साथ क्या हाल करेगा? वही करेगा जो हुआ। उन्होंने काम करने के लिए बच्ची घर में रखी, तशद्दुद कर करके वो हाल हुआ कि बच्ची को मौत के मुँह से उनको मिली, यानी कि बच्ची की तशद्दुद लाश जो उनको मिली। भाजी की हाल है तुहाडा? ठीक भाई जी, की गल है, तुहाडी बच्ची सी, तुसी ਅੱਜ ਦੁੱਖ ਤੇ ਹੁੰਦਾ ਹੋਏਗਾ ਕਿ ਮੈਂ ਨਾ ਦਿੰਦੀ, ਨਾ ਭੇਜਦੀ। ਬਹੁਤ ਦੁੱਖ ਹੈਗਾ ਹੈ। ਜਿੰਨਾ ਇਸ ਬੱਚੀ ਦਾ ਮੈਨੂੰ ਦੁੱਖ ਹੈ, ਮੇਰੀ ਬੱਚੀ ਦੇ ਨਾਲ ਜ਼ੈਨਬ ਸੀ, ਇਹ ਮੇਰੇ ਮੀਆਂ ਨਾਲ ਨੇ, ਇਹ ਬੱਚੀ ਨਾਲ ਹੈ, ਉਹ ਮੇਰੀ ਸਿਸਟਰ ਨਾਲ ਹੈ, ਇਹ ਬੱਚੀ ਨਾਲ ਉਹਨਾਂ ਦੇ ਕੰਮ ਕਰਦੀ ਸੀ। ਇਹਨਾਂ ਦਾ ਵੀ ਕਹਿਣਾ ਹੈਗਾ ਸੀ ਵੀ ਬੱਚੀ ਨਾਲ ਜ਼ੁਲਮ ਕਰਦੇ, ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ। ਅਸੀਂ ਆਪਣੀ ਬੱਚੀ ਕੰਮ ਵਾਸਤੇ ਭੇਜੀ ਸੀ ਵੀ ਅਸੀਂ ਗਰੀਬ ਹੈਗਾ, ਕਿਉਂਕਿ ਸਾਡੇ ਘਰ ਦਾ ਕੋਈ ਖਰਚਾ ਪਾਣੀ ਨਿਕਲ ਜਾਵੇ। ਛੋਟੇ ਛੋਟੇ ਸਾਡੇ ਬੱਚੇ ਸੀ। ਮੇਰੇ ਮੀਆਂ ਦੀ ਟਿੱਕੇ ਕਬਾਬਾਂ ਦੀ ਰੇਹੜੀ ਹੈਗੀ ਸੀ। ਇਹਨਾਂ ਮੇਰੀ ਬੱਚੀ ਨੂੰ ਉਹ ਵੀ ਵੇਚ ਕੇ ਅਸੀਂ ਆਪਣੀ ਬੱਚੀ ਦੇ ਮਗਰ ਲਾ ਦਿੱਤੀ ਹੈ। ਪਰ ਇਹਨਾਂ ਸਾਡੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਹੈ, ਕਿਉਂਕਿ ਇਹਨਾਂ ਸਾਨੂੰ ਨਾ, ਅਸੀਂ ਆਪਣੀ ਬੱਚੀ ਦਿੱਤੀ ਸੀ ਕੰਮ ਵਾਸਤੇ, ਪਰ ਇਹਨਾਂ ਸਾਡੀ ਬੱਚੀ ਨਾਲ ਬਹੁਤ ਜ਼ੁਲਮ ਕੀਤਾ ਹੈ। ਐਂਡ 'ਤੇ ਸਾਡੀ ਬੱਚੀ ਨੂੰ ਇਹਨਾਂ ਮਾਰ ਹੀ ਦਿੱਤਾ ਹੈ। ਉਹਦੀ ਗਰਦਨ ਦਬਾਈ ਇਹਨੇ, ਉਹਨੂੰ ਮਾਰਿਆ ਇਹਨੇ। ਸਾਨੂੰ ਪਤਾ ਨਹੀਂ ਸੀ। 1.5 ਮਹੀਨਾ ਪਹਿਲੇ ਸਾਡੀ ਬੱਚੀ ਆਈ ਸੀ ਸਾਡੇ ਕੋਲ ਮਿਲਣ ਵਾਸਤੇ, ਆਈ ਤੇ ਫਿਰ ਚਲੀ ਗਈ। ਹਾਂਜੀ, ਉਦੋਂ ਬਿਲਕੁਲ ਠੀਕ ਸੀ। ਮੈਂ WhatsApp ਤੋਂ ਉਹਨਾਂ ਨਾਲ ਕਾਲ ਕਰਦੀ। ਕਿਉਂ ਮਾਰਿਆ ਉਹਨਾਂ ਨੇ ਫਿਰ ਜਦੋਂ ਪਹਿਲੇ ਠੀਕ ਸੀ? ਤੇ ਕੀ ਪਤਾ ਨਹੀਂ ਭਾਈ ਜਾਨ ਕੀ ਮਸਲਾ ਹੋਇਆ ਤੇ ਕੀ ਨਾ ਹੋਇਆ। ਅੱਛਾ, ਕਿਉਂ ਭੇਜੀ ਆਪਣੀ ਬੱਚੀ? ਲੋਕੀ ਬੱਚੇ ਨਹੀਂ ਛੱਡਦੇ, ਤੁਸੀਂ ਆਪਣੀ ਬੇਟੀ ਨੂੰ ਭੇਜ ਦਿੱਤਾ, ਜਿਗਰ ਦੇ ਟੁਕੜੇ ਨੂੰ ਦੇ ਦਿੱਤਾ। ਭਾਈ ਜਾਨ ਅਸੀਂ ਗਰੀਬ ਸੀ, ਸਾਡੇ ਘਰ ਦਾ ਕੋਈ ਖਰਚਾ ਪਾਣੀ ਨਹੀਂ ਸਹੀ ਹੁੰਦਾ ਸੀ। ਅਸੀਂ ਕਿਰਾਏ ਤੇ ਰਹਿਣ ਵਾਲੇ ਆ, ਤੇ ਕਿਰਾਇਆ ਦੇਣਾ, ਬਿਜਲੀ ਦੇ ਬਿੱਲ ਵੀ ਇਸ ਤਰੀਕੇ ਵੀ ਸਾਡੇ ਘਰ। ਠੀਕ ਹੈ, ਜੋ ਮਾਮਲਾ ਹੋਇਆ ਤੁਸੀਂ ਮੈਨੂੰ ਇਹ ਦੱਸੋ, ਇਸ ਬੱਚੀ ਨੇ ਵੀ ਨਹੀਂ ਕਦੀ ਦੱਸਿਆ ਉਹ ਬੱਚੀ ਉਹਦੇ ਨਾਲ ਕੰਮ ਕਰਦੀ ਸੀ? ਨਹੀਂ, ਇਸ ਬੱਚੀ ਨੇ ਵੀ ਨਹੀਂ ਦੱਸਿਆ। ਧਮਕੀਆਂ ਲਾਉਂਦੇ ਸਨ ਬੱਚਿਆਂ ਨੂੰ ਵੀ ਅਗਰ ਤੁਸੀਂ ਮਾਂ-ਬਾਪ ਨੂੰ ਦੱਸੋਗੇ ਤਾਂ ਅਸੀਂ ਤੁਹਾਨੂੰ ਮਾਰਾਂਗੇ। ਅੱਛਾ, ਚਲੋ ਇਹ ਗੁਜਰਾਂਵਾਲਾ ਜੋ ਬੱਚੀ ਭੇਜਦੀ ਤੁਸੀਂ, ਹਾਂਜੀ। ਕੌਣ ਲੋਕ ਸਨ ਉਹ? ਬਾਜਵੇ। ਹਾਂਜੀ, ਅਮੀਰ ਲੋਕ ਸਨ? ਹਾਂਜੀ, ਬਹੁਤ ਅਮੀਰ ਲੋਕ ਸਨ। ਇੱਕ ਉਹਨਾਂ ਦੀ ਬਾਹਰ ਫੈਕਟਰੀ ਹੈਗੀ ਹੈ, ਇੱਕ ਇੱਥੇ ਹੈਗੀ ਫੈਕਟਰੀ, ਤਾਂਬੇ ਦੀ ਫੈਕਟਰੀ ਹੈ। ਜਦੋਂ ਇਹ ਕਤਲ ਹੋ ਗਿਆ ਤੁਹਾਨੂੰ ਕਿਵੇਂ ਪਤਾ ਲੱਗਾ? ਸਾਨੂੰ ਉਹਨਾਂ ਹੀ ਫੋਨ ਕਰਕੇ ਦੱਸਿਆ ਸੀ। ਅੱਛਾ, ਉਹਦੇ ਵੱਡੇ ਛੋਟੇ ਬੇਟੇ ਨੇ ਬੱਚੀ ਦੀ ਤਬੀਅਤ ਨਹੀਂ ਠੀਕ ਹੈ? ਪਹਿਲੇ ਉਹਨੇ ਦੱਸਿਆ ਸੀ ਆਹ ਟਾਈਮ ਹੋਇਆ ਸੀ, ਮੈਂ ਦਿਹਾੜੀ ਤੋਂ ਆਈ ਸੀ, ਆਲੂਆਂ ਦੀ ਮੈਂ ਦਿਹਾੜੀ ਕਰਦੀ ਸੀ। ਮੇਰਾ ਮੀਆਂ ਵੀ ਇਸ ਤਰੀਕੇ ਵੀ ਮਾੜਾ ਮੋਟਾ ਕਾਰੋਬਾਰ ਕਰਕੇ ਬੱਚਿਆਂ ਦੀ ਰੋਜ਼ੀ ਪੂਰੀ ਕਰ ਸਕਦੇ ਸੀ। ਤੇ ਫਿਰ ਮੇਰੇ ਬੇਟੇ ਨੂੰ ਪਤਾ ਚੱਲਿਆ, ਉਹ ਫਿਰ ਉੱਧਰ ਪਹੁੰਚਿਆ ਹੈਗਾ, ਉਹਦੇ ਕੋਲ ਪਹੁੰਚਿਆ ਮੇਰੀ ਬੱਚੀ ਦੇ, ਤੇ ਚਾਂਦੇ ਕਿਲੇ ਪਹੁੰਚ ਗਿਆ ਸੀ। ਅਗਰ ਉਹ ਮੇਰੇ ਬੱਚੇ ਨੇ ਸਾਨੂੰ ਦੱਸਿਆ ਵੀ ਅੰਮੀ ਇਸ ਤਰੀਕੇ ਵਾਕਿਆ ਹੋ ਗਿਆ, ਫਿਰ ਸੁਨੈਨ ਬਾਜਵਾ ਉਹਨੇ ਸਾਨੂੰ ਕਾਲ ਕੀਤੀ, ਤੁਹਾਡੀ ਬੱਚੀ ਬਹੁਤ ਸੀਰੀਅਸ ਹੈਗੀ ਹੈ। ਮੈਂ ਰੋਟੀਆਂ ਪਕਾ ਰਹੀ ਸੀ, ਤੇ ਮੈਂ ਜਦੋਂ ਇਹ ਸੁਣਿਆ ਤਾਂ ਮੇਰੇ ਪਹਿਲੇ ਹੀ ਹਾਲ ਬੂਬੂ ਪੈ ਗਈ। ਮੈਂ ਕਿਹਾ ਮੇਰੀ ਬੱਚੀ ਨੂੰ ਕੁਛ ਹੋ ਗਿਆ। ਵੀ ਮਾਵਾਂ ਦੇ ਅਕਸਰ ਦਿਲ ਨੂੰ ਪਤਾ ਚੱਲ ਜਾਂਦਾ ਵੀ ਸਾਡੀ ਬੱਚੀ ਨੂੰ ਕੀ ਹੋਇਆ ਕੀ ਨਹੀਂ, ਪਰ ਸਾਨੂੰ ਇਹ ਨਹੀਂ ਪਤਾ ਸੀ ਵੀ ਐਡਾ ਵੱਡਾ ਸਾਡੇ ਤੇ ਸਦਮਾ ਇਹ ਆ ਗਈ ਹੈ। ਤੇ ਫਿਰ ਮੇਰੇ ਮੀਆਂ ਨੇ ਕਾਲ ਕੀਤੀ, 2 ਵਾਰੀ ਉਹਨੇ ਕਾਲ ਕੀਤੀ, ਫਿਰ ਮੇਰੇ ਮੀਆਂ ਕੀਤੀ। ਉਹਨਾਂ ਕਿਹਾ ਤੁਹਾਡੀ ਬੱਚੀ ਸੀਰੀਅਸ ਹੈਗੀ, ਅਸੀਂ ਐਂਬੂਲੈਂਸ 'ਚ ਪਾ ਕੇ ਲੈ ਚੱਲੇ ਹਾਂ।
ਫਿਰ ਉਹਦੀ ਅੰਮੀ ਨੂੰ ਕਾਲ ਕੀਤੀ, ਉਹਦੀ ਅੰਮੀ ਕਿਹਾ ਜ਼ੈਨਬ ਡਿੱਗੀ ਤਾਂ ਫੌਤ ਹੋ ਗਈ ਹੈ। ਅੱਛਾ। ਮੈਂ ਕਿਹਾ ਵੀ ਇਹ ਕਿਸ ਤਰੀਕੇ ਹੋ ਸਕਦਾ ਹੈ, ਬੱਚਾ ਡਿੱਗਣ ਨਾਲ ਮਰ ਜਾਂਦਾ ਹੈ। ਕਦੀ ਕਹਿੰਦੇ ਕਿਚਨ ਵਿੱਚ ਡਿੱਗੀ ਪਈ ਸੀ ਮਰ ਗਈ, ਦੂਸਰਾ ਉਹਨਾਂ ਦਾ ਬਿਆਨ ਵਾਸ਼ਰੂਮ 'ਚ ਡਿੱਗੀ ਪਈ ਸੀ ਮਰ ਗਈ, ਤੀਸਰਾ ਉਹਨਾਂ ਦਾ ਬਿਆਨ ਇਹ ਹੈਗਾ ਵੀ ਪੰਖੇ ਨਾਲ ਲਟਕ ਕੇ ਬੱਚੀ ਮਰ ਗਈ ਹੈ। ਮੈਂ ਕਿਹਾ ਇਹ ਤਾਂ ਹੋ ਨਹੀਂ ਸਕਦਾ। ਫਿਰ ਚੌਥਾ ਬਿਆਨ ਉਹਨਾਂ ਦੇ ਹੈਗਾ ਵੀ ਵਿੰਡੋ ਨਾਲ ਉਹਨੂੰ ਫਾਂਸੀ ਲੱਗ ਤੇ ਮਰ ਗਈ। ਮੈਂ ਕਿਹਾ ਬੱਚੀ ਇਹ ਨਹੀਂ ਹੋ ਸਕਦਾ, ਮੇਰੀ ਬੱਚੀ ਨੂੰ ਤੁਸੀਂ ਮਾਰਿਆ। ਉਹ ਮੇਰੀ ਬੱਚੀ ਦਾ ਗਲਾ ਦਬਾਇਆ, ਬੜਾ ਜ਼ੁਲਮ ਕੀਤਾ ਹੈ, ਬਾਜ਼ੂਆਂ ਤੋਂ ਉਹਦੇ ਨਿਸ਼ਾਨ ਸੋਟੀਆਂ ਦੇ, ਗਲੇ ਤੇ ਨਿਸ਼ਾਨ, ਜੋ ਵੀ ਉਹ ਕਰਦੇ ਫਿਰ ਐਂਡ ਕੇ ਮਾਰ ਕੇ ਮੇਰੀ ਬੱਚੀ ਨੂੰ ਲਟਕਾ ਦਿੱਤਾ ਇਹਨੇ। ਇੰਨਾ ਉਹਨਾਂ ਮੇਰੀ ਬੱਚੀ ਨਾਲ ਜ਼ੁਲਮ ਤੁਸੀਂ ਕੀਤਾ। ਆਪਣੀ ਬੇਟੀ ਨੂੰ ਦੇਖਿਆ? ਹਾਂਜੀ, ਮੈਂ ਆਪਣੀ ਬੱਚੀ ਨੂੰ ਦੇਖਿਆ। ਕਿੱਥੇ ਕਿੱਥੇ ਤਸ਼ੱਦਦ ਹੋਇਆ ਸੀ? ਤਸ਼ੱਦਦ ਹੁੰਦਾ ਇੱਥੇ ਹੋਇਆ ਸੀ, ਇੱਥੇ ਹੋਇਆ ਸੀ, ਇਹ ਕਮਰ ਤੇ ਗਲੇ ਤੇ। ਉਹਨੂੰ ਇੰਨਾ ਹੀ ਉਹਨਾਂ ਮਾਰਿਆ, ਪਤਾ ਨਹੀਂ ਕਰੇ ਉਹਨਾਂ ਕੀ ਕੀਤਾ ਮੇਰੀ ਬੱਚੀ ਨੂੰ। ਜਦੋਂ ਘਰੋਂ ਭੇਜੀ ਸੀ ਉਸ ਟਾਈਮ ਉਹਦੀ ਹਾਲਤ ਕੀ ਸੀ? ਉਸ ਤਰੀਕੇ ਬਿਲਕੁਲ ਠੀਕ ਸੀ, ਮੇਰੀ ਬੱਚੀ ਬਿਲਕੁਲ ਖੁਸ਼ਬਾਸ ਹੈਗੀ ਸੀ। ਨਹੀਂ, ਜਦ ਮੈਂ ਉਹ ਪੁੱਛਣਾ ਕਿ ਜਦੋਂ ਤੁਸੀਂ ਉਹਨੂੰ ਡੈਡ ਹਾਲਤ ਚ, ਮੁਰਦਾ ਹਾਲਤ ਚ ਪਾਇਆ ਤੇ ਉਸ ਟਾਈਮ ਕੀ ਸੂਰਤ ਹਾਲ ਸੀ? ਉਸ ਦਿਨ ਉਸ ਵਕਤ ਬੱਚੀ ਦੀ ਬਹੁਤ ਹਾਲਾਤ ਖਰਾਬ ਸੀ। ਫੌਤ ਹੋ ਚੁੱਕੀ ਸੀ? ਹਾਂਜੀ, ਫੌਤ ਹੋਈ। ਸਾਨੂੰ ਪੁਲਿਸ ਨੇ ਕੀ ਕੀਤਾ ਤੁਹਾਡੇ ਨਾਲ? ਪੁਲਿਸ ਨੇ ਕੁਝ ਨਹੀਂ ਕੀਤਾ, ਪੁਲਿਸ ਕੁਝ ਨਹੀਂ ਕਰ ਰਹੀ। ਪੁਲਿਸ ਕਹਿੰਦੀ ਹੈ ਦੂਸਰਾ ਤੁਹਾਡਾ ਕੇਸ ਹਾਈ ਲੈਵਲ ਤੇ ਜਾ ਰਿਹਾ ਹੈ, ਪਰਚਾ ਕੱਟ ਦਿੱਤਾ, ਤੁਹਾਡੇ ਮੁਜਰਮ ਪਕੜੇ ਜਾਣਗੇ। 4 ਦਿਨ ਪਹਿਲੇ ਮੁਜਰਮ ਸਾਡੇ ਉਹਨਾਂ ਪਕੜ ਲਏ ਸਨ, ਸੈਮਾ ਬੀਬੀ, ਫੈਸਲ, ਅਸੀਂ ਆਪ ਖੁਦ ਜਾ ਕੇ ਵੇਖਿਆ ਸੀ। ਤੇ ਜਿਹੜਾ ਸੁਨੈਨ ਸੀ ਉਹਨੇ ਪੂਰੀ ਜ਼ਮਾਨਤ ਕਰਾਈ ਹੋਈ ਸੀ, ਬੇਲ ਲਈ ਹੋਈ ਸੀ, ਉਹਨੂੰ ਅਸੀਂ ਨਹੀਂ ਵੇਖਿਆ। ਤੇ ਜਦੋਂ ਫਿਰ ਉਹਨਾਂ ਸਾਨੂੰ ਬੁਲਾਇਆ 4 ਦਿਨਾਂ ਬਾਅਦ, ਉਹਨਾਂ ਸਾਡੇ ਮੁਜਰਮ ਛੱਡ ਦਿੱਤੇ ਨੇ। SH ਜ਼ਾਫਤ ਬੱਟ ਕਹਿੰਦਾ ਸੀ ਬੀਬੀ ਬਿਮਾਰ ਸੀ ਤੇ ਇਹ ਤੇ ਉਹ, ਤੇ ਇਸ ਤਰੀਕੇ ਵੀ ਕੇਸ ਅੱਗੇ ਪਿੱਛੇ ਵੀ ਬੱਚੀ ਦਾ ਕੇਸ ਦਬਾਉਣ ਦੀ ਕੋਸ਼ਿਸ਼ ਕਰਦੇ ਸਨ ਵੀ ਸਾਨੂੰ ਚੱਕਰ ਲਾ ਕੇ ਇੱਕ ਸਾਡੀ ਬੱਚੀ ਕਤਲ ਹੋਈ, ਇੱਕ ਸਾਨੂੰ ਉਹਨਾਂ ਬੜਾ ਪਰੇਸ਼ਾਨ ਕੀਤਾ ਹੈ। ਸਾਡੀ ਕੋਈ ਨਹੀਂ ਸੁਣੀ, ਕਿਸੇ ਵੀ ਨਹੀਂ ਸੁਣੀ, SP ਤੱਕ ਵੀ ਕਿਸੇ ਨਹੀਂ ਸੁਣੀ। SP ਬੁਲਾਉਂਦਾ ਸੀ, ਬਸ ਗੱਲਾਂ ਗੁੱਲਾਂ ਕਰਕੇ ਤੇ ਸਾਨੂੰ ਘਰ ਵਾਪਸ ਭੇਜ ਅੱਲਾਹ ਕੋਲੋਂ ਦੁਆ ਕੀਤੀ ਇੱਕ ਦਫਾ ਵੀ ਝੋਲੀ ਚੁੱਕ ਕੇ? ਲੈ, ਮੈਂ ਤਾਂ ਹੁਣ ਵੀ ਚੁੱਕਣੀ ਝੋਲੀ ਚੁੱਕ ਕੇ। ਕੀ ਦੁਆ ਕਰਦੇ ਹੋ? ਦੁਆ ਕਰਨੀ ਸਾਡੇ ਮੁਜਰਮ ਪਕੜੇ ਜਾਵਣ, ਇਹਨਾਂ ਨੂੰ ਸਜ਼ਾ ਸਖਤ ਤੋਂ ਸਖਤ ਮਿਲੀ ਜਾਏ। ਜਿਸ ਤਰੀਕੇ ਨਾਲ ਸਾਡੀ ਬੱਚੀ ਦੀ ਹਾਲਾਤ ਕੀਤੀ, ਇਸ ਤਰੀਕੇ ਇਹਨਾਂ ਨਾਲ ਹੋਈ ਜਾਵੇ। ਅਸੀਂ ਬੱਚੀ ਇਹਨਾਂ ਨੂੰ ਜ਼ਿੰਦਾ ਦਿੱਤੀ ਹੈ, ਅਸੀਂ ਬੱਚੀ ਇਹਨਾਂ ਕੋਲ ਜ਼ਿੰਦਾ ਲੈਣੀ। ਬੱਚੇ ਤੂੰ ਨਾਲ ਸੇ ਜਦੋਂ ਮਾਰਦੇ ਸਨ ਤੇਰੇ सामने मारते सन? जी, क्यों मारते सन? जब गलती होती थी आंटी तब मारती गलती थी। क्या होती थी? जैसे- काम खराब हो जाता छोटा? जी, किस तरह मारती थी? सर पकड़ के द्वार में मारती थी। बालों से पकड़ के दीवार पे मारते थे? जी, तो आपको नहीं उस वक्त डर नहीं लगता था कि ये मुझे भी मारेंगे? लगता था। तो कहते नहीं थे या अम्मी को नहीं फोन कर किया ये कर रहे हैं मेरे साथ, मार रहे तो हैं? वो कहती थी अगर बताओगे तो मैं फिर मारूंगी। तुम्हें भी मारूंगी? जी, तो नाज़रीन, ये सारी सूरत हाल है। जैसे कि मैं पहले भी बता चुका हूँ कि गरीब होना ही काफ़ी था, लेकिन उसके बाद ये इस तरह से जो जुल्म के साथ इनकी बच्ची के साथ तशद्दुद के बाद और उसकी मौत वाक़या हो गई, ये आंसू, ये FIR, ये सब कागज़ के टुकड़े हैं। इंसाफ ना मिले तो ये एक रद्दी है, लेकिन किस तरह से अब इनके साथ सारे मामला चल रहे हैं, पुलिस ने अभी तक क्या कार्रवाई की है वो इनके ज़बानी हमने सुन ली सारी। अफसोस की बात तो ये है कि गरीब और अमीर के लिए 2 मयार कायम है। अमीर के लिए एक्सप्रेस लाइन है और गरीब के लिए सिर्फ धक्कों वाली लाइन है। जब तक ये मयार रहेगा, यकीनी तौर पर अभी वो अपनी झोली उठा के बदुआ कर रही थी, और जब इस किस्म के मज़लूम लोग बदुआ करते हैं और अल्लाह और उसके दरमियान कोई चीज़ हायल नहीं होती, और दुआ अल्लाह के अर्श के जो है ना साए में पहुंच जाती है। तो डरे उस वक़्त से तमाम निज़ाम चलाने वाले, जब इस किस्म की लोग आपके लिए बदुआ करेंगे तो कहाँ से खैर मिलेगी, कहाँ से पाकिस्तान के हालात बेहतर होंगे। तो मज़ीद वीडियोज़ के लिए देखते रहें बागी TV।